ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਕੀ ਵਾਰ ਮਹੱਲਾ ਪੰਜਵਾ। ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਆਓ ਸਾਧ ਸੰਗਤ ਜੀ, ਚੱਲ ਰਹੀ ਕਥਾ ਵਿਚਾਰ ਲੜੀਵਾਰ ਪਾਵਨ ਅੰਗ 318 ਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਇਹ ਗੌੜੀ ਦੀ ਦੂਸਰੀ ਵਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਇਸ ਵਾਰ ਵਿੱਚ ਸਾਰੇ ਸ਼ਲੋਕ ਅਤੇ ਮਹੱਲੇ ਪੰਜਵੇਂ ਪਾਤਸ਼ਾਹ ਜੀ ਦੇ ਹੀ ਆਉਣਗੇ। ਵਾਰ ਯੁੱਧ ਸੰਬੰਧੀ ਕਾਵਿ ਹੈ ਉਹ ਰਚਨਾ ਜਿਸ ਵਿੱਚ ਸੂਰਮਿਆਂ ਦਾ ਮੁਕਾਬਲਾ ਹੋਵੇ। ਇਸ ਵਾਰ ਵਿੱਚ ਗੁਰਮੁਖਾਂ ਤੇ ਮਨਮੁਖਾਂ ਦਾ ਵਿਵੇਕ ਤੇ ਮੋਹ ਦਾ ਯੁੱਧ ਹੈ। ਵਿਵੇਕ ਦੀ ਜਿੱਤ ਹੁੰਦੀ ਹੈ ਤੇ ਮੋਹ ਦੀ ਹਾਰ ਹੁੰਦੀ ਹੈ। ਵਾਰ ਨਾਉ ਹੈ ਜਸ ਦਾ। ਇਸ ਬਾਣੀ ਵਿੱਚ ਪਰਮੇਸ਼ਰ ਦਾ ਜਸ ਕਥਨ ਕੀਤਾ ਗਿਆ ਹੈ। ਵਾਰ ਪੌੜੀਆਂ ਜੋ ਸਭ ਪੰਜਵੇਂ ਪਾਤਸ਼ਾਹ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ। ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ। ਜਿਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਉਸ ਵੇਲੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਯੋਧੇ ਬਣਾਉਣ ਵਾਸਤੇ, ਧਰਮ ਦੀ ਰੱਖਿਆ ਕਰਨ ਵਾਸਤੇ ਆਪ ਸ਼ਸਤਰਧਾਰੀ ਹੋਏ ਤੇ ਮੀਰੀ ਪੀਰੀ ਦੀਆਂ 2 ਤਲਵਾਰਾਂ ਬਾਬਾ ਬੁੱਢਾ ਸਾਹਿਬ ਜੀ ਤੋਂ ਪਹਿਨਣੀਆਂ ਕੀਤੀਆਂ। ਉਸ ਵੇਲੇ ਸਤਿਗੁਰੂ ਜੀ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸੂਰਮਿਆਂ ਦੀਆਂ ਵਾਰਾਂ ਢਾਡੀਆਂ ਕੋਲੋਂ ਸੁਣਿਆ ਕਰਦੇ। ਉਹਨਾਂ ਵਾਰਾਂ ਵਿੱਚੋਂ ਜਿਹੜੀ ਪਸੰਦ ਆਉਂਦੀ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਗੁਰਦਾਸ ਜੀ ਤੋਂ ਲਿਖਾਉਂਦੇ। ਪਹਿਲੀ ਮਾਝ ਰਾਗ ਦੀ ਵਾਰ ਉੱਪਰ ਚੰਦਰਹੜਾ ਸੋਹੀਆਂ ਕੀ ਧੁਨ ਉਚਾਰਨ ਕੀਤੀ ਹੈ। ਦੂਜੀ ਰਾਏ ਕਮਾਲ ਦੀ ਅਤੇ ਮੋਜਦੀ ਕੀ ਵਾਰ ਦੀ ਧੁਨ ਨੂੰ ਗੌੜੀ ਦੀ ਵਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਵਾਇਆ ਹੈ। ਇਸ ਤੋਂ ਇਲਾਵਾ ਛੇਵੇਂ ਪਾਤਸ਼ਾਹ ਜੀ ਦੀ ਹੋਰ ਬਾਣੀ ਦਰਜ ਨਹੀਂ ਹੈ, ਕਿਉਂਕਿ ਇਸ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਸੀ ਕਿ ਜਿਸ ਸਰੂਪ ਵਿੱਚ ਸੀਸ ਦਿਆਂਗੇ ਉਸੇ ਸਰੂਪ ਦੀ ਬਾਣੀ ਚੜ੍ਹੇਗੀ। ਉਹ 9ਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਹੋਈ ਹੈ। ਸੋ ਸਤਿਗੁਰੂ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਬੈਠੇ ਹੋਏ ਸੂਰਮਿਆਂ ਦੀਆਂ ਵਾਰਾਂ ਸੁਣਦੇ ਸਨ। ਢਾਡੀਆਂ ਨੇ ਰਾਜੇ ਕਮਾਲ ਦੀ ਤੇ ਮੌਜ ਦੀ, ਇਸ ਨੂੰ ਮੰਮੇ ਨੂੰ ਕਨੌੜਾ ਲਾ ਕੇ ਮੌਜ ਦੀ ਦਾ ਪ੍ਰਸੰਗ ਸੁਣਾਇਆ। ਰਾਜਾ ਕਮਾਲ ਦੀ ਤੇ ਰਾਜਾ ਸਾਰੰਗ ਦੋਵੇਂ ਭਰਾ ਸਨ। ਇਹ ਦੋਵੇਂ ਦਿੱਲੀ ਵਿੱਚ ਅਕਬਰ ਬਾਦਸ਼ਾਹ ਦੇ ਟਕੇ ਭਰਦੇ ਸਨ। ਰਾਏ ਕਮਾਲ ਦੀ ਬੜਾ ਚੁਸਤ ਚਲਾਕ ਸੀ ਤੇ ਰਾਏ ਸਾਰੰਗ ਭਲਾ ਮਾਨਸ, ਦਿਲ ਦਾ ਸਾਫ਼ ਸੀ। ਜਦੋਂ ਰਾਏ ਕਮਾਲ ਦੀ ਦਿੱਲੀ ਵਿੱਚ ਟਕੇ ਭਰਨ ਲਈ ਜਾਇਆ ਕਰੇ ਤਾਂ ਰਾਏ ਸਾਰੰਗ ਕਹਿ ਦਿਆ ਕਰੇ ਕਿ ਮੇਰੇ ਵੀ ਪੈਸੇ ਲੈ ਜਾ, ਉੱਥੇ ਭਰ ਆਈ। ਇਹ ਉਸਦੇ ਪੈਸੇ ਲੈ ਕੇ ਚਲਿਆ ਜਾਇਆ ਕਰੇ। ਰਾਏ ਸਾਰੰਗ ਦੇ ਪੈਸੇ ਆਪਣੇ ਕੋਲ ਰੱਖ ਕੇ ਅਕਬਰ ਦੀ ਕਚਹਿਰੀ ਵਿੱਚ ਆਪਣੇ ਪੈਸੇ ਦੇ ਕੇ ਆਪਣੀ ਹਾਜ਼ਰੀ ਅਤੇ ਰਾਏ ਸਾਰੰਗ ਦੀ ਗੈਰ ਹਾਜ਼ਰੀ ਲਵਾ ਕੇ ਆ ਜਾਇਆ ਕਰੇ। ਇਸ ਪ੍ਰਕਾਰ ਇਹ ਕਈ ਸਾਲ ਤੱਕ ਗੈਰ ਹਾਜ਼ਰੀਆਂ ਪਾਉਂਦਾ ਰਿਹਾ। ਇੱਕ ਦਿਨ ਬਾਦਸ਼ਾਹ ਨੂੰ ਪਤਾ ਲੱਗਾ ਕਿ ਰਾਏ ਸਾਰੰਗ ਕਈ ਸਾਲ ਤੋਂ ਗੈਰ ਹਾਜ਼ਰ ਹੈ। ਇਹ ਕੀ ਕਾਰਨ ਹੈ? ਤਾਂ ਉਸਨੇ ਉਸੇ ਵੇਲੇ ਰਾਏ ਸਾਰੰਗ ਨੂੰ ਪਕੜ ਕੇ ਕੈਦ ਕਰ ਲਿਆ। ਉੱਥੇ ਅਕਬਰ ਦਾ ਇੱਕ ਵਜ਼ੀਰ ਰਾਜੇ ਸਾਰੰਗ ਦਾ ਮਿਲਾਪੀ ਸੀ। ਤਾਂ ਉਸ ਵਜ਼ੀਰ ਨੇ ਅਕਬਰ ਬਾਦਸ਼ਾਹ ਕੋਲ ਰਾਜੇ ਸਾਰੰਗ ਨੂੰ ਨਿਰਦੋਸ਼ ਸਾਬਤ ਕਰਾ ਕੇ ਛੁਡਵਾ ਦਿੱਤਾ। ਜਦੋਂ ਰਾਏ ਕਮਾਲ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਸ ਦਾ ਭਰਾ ਰਿਹਾ ਹੋ ਕੇ ਆ ਰਿਹਾ, ਤਾਂ ਇਹ ਦਿਲ ਵਿੱਚ ਬਦਨੀਤੀ ਸੋਚ ਕੇ ਉਸਦੇ ਪੈਰੀਂ ਜਾ ਪਿਆ। ਕਹਿਣ ਲੱਗਾ ਕਿ ਭਰਾ ਮੈਨੂੰ ਬਖਸ਼ ਦੇ, ਮੈਂ ਗਲਤੀ ਕੀਤੀ ਹੈ। ਤਾਂ ਰਾਏ ਸਾਰੰਗ ਕਹਿੰਦਾ ਮੈਨੂੰ ਗੁੱਸਾ ਨਹੀਂ ਹੈ, ਤੂੰ ਮੁਆਫ ਹੀ ਹੈ। ਇਹ ਕਹਿਣ ਲੱਗਾ ਕਿ ਮੈਂ ਆਪਣੇ ਆਪ ਨੂੰ ਤਾਂ ਮੁਆਫ ਮੰਨਾਂਗਾ ਜੇਕਰ ਤੂੰ ਮੇਰੇ ਹੱਥੋਂ ਸ਼ਰਾਬ ਪੀਵੇਂ ਤੇ ਮੈਂ ਤੇਰੇ ਹੱਥੋਂ ਪੀਵਾਂ। ਰਾਏ ਸਾਰੰਗ ਮੰਨ ਗਿਆ। ਸੋ ਇਸ ਨੇ ਜਿਹੜੀ ਬੋਤਲ ਆਪਣੇ ਹੱਥ ਵਿੱਚ ਫੜੀ ਸੀ, ਚਲਾਕੀ ਨਾਲ ਉਸ ਵਿੱਚ ਮੋਹਰਾ ਜ਼ਹਿਰ ਮਿਲਾ ਦਿੱਤਾ। ਇਸ ਪ੍ਰਕਾਰ ਦੋਨਾਂ ਨੇ ਹੱਥਾਂ ਵਿੱਚ ਬੋਤਲਾਂ ਫੜ ਲਈਆਂ ਤੇ ਰਾਜੇ ਸਾਰੰਗ ਨੇ ਆਪਣੇ ਹੱਥਾਂ ਨਾਲ ਇਸ ਨੂੰ ਸ਼ਰਾਬ ਪਿਆਈ
ਤੇ ਇਸ ਨੇ ਵੀ ਉਹ ਜ਼ਹਿਰ ਵਾਲੀ ਸ਼ਰਾਬ ਰਾਜੇ ਨੂੰ ਪਿਲਾ ਦਿੱਤੀ, ਜਿਸ ਕਰਕੇ ਰਾਜਾ ਸਾਰੰਗ ਉੱਥੇ ਹੀ ਮਰ ਗਿਆ। ਜਿਸ ਵੇਲੇ ਇਸ ਦੇ ਮਰੇ ਦਾ ਪਤਾ ਇਸ ਦੇ ਪੁੱਤਰ ਮੁਅੱਜ਼ਦੀਨ ਨੂੰ ਲੱਗਾ ਤਾਂ ਆਪਣੇ ਨਾਨਕਿਆਂ ਕੋਲ ਚਲਾ ਗਿਆ। ਉੱਥੋਂ ਫੌਜ ਲਿਆ ਕੇ ਕਮਾਲਦੀ ਨੂੰ ਜੰਗ ਲਈ ਵੰਗਾਰਿਆ। ਜੰਗ ਵਿੱਚ ਮੁਅੱਜ਼ਦੀਨ ਮੌਜਦੀ ਦੇ ਹੱਥੋਂ ਇਸ ਦਾ ਚਾਚਾ ਕਮਾਲਦੀ ਮਾਰਿਆ ਗਿਆ ਤੇ ਆਪਣੇ ਪਿਤਾ ਵਾਲਾ ਸਾਰਾ ਰਾਜ ਭਾਗ ਸਾਂਭਿਆ ਤੇ ਅੱਧੀ ਰਿਆਸਤ ਰਾਏ ਕਮਾਲਦੀ ਦੇ ਪੁੱਤਰ ਰਣਧੀਰੇ ਨੂੰ ਵੰਡ ਦਿੱਤੀ। ਇਸ ਪ੍ਰਕਾਰ ਰਾਜੇ ਮੁਅੱਜ਼ਦੀਨ ਨੇ ਆਪਣੇ ਚਾਚੇ ਦੇ ਧੋਖਾ ਦੇਣ ਕਰਕੇ ਫਿਰ ਵੀ ਉਸ ਦੇ ਪੁੱਤਰ ਨੂੰ ਅੱਧਾ ਰਾਜ ਭਾਗ ਦੇ ਕਰਕੇ ਧਰਮ ਕਮਾਇਆ। ਢਾਡੀਆਂ ਨੇ ਇਸ ਦੀ ਬਹਾਦਰੀ ਅਤੇ ਧਰਮੀ ਹੋਣ ਦੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਣਾਈ। ਗੁਰੂ ਜੀ ਨੇ ਪ੍ਰਸੰਨ ਹੋ ਕੇ ਰਾਗੀਆਂ ਨੂੰ ਗੌੜੀ ਦੀ ਇਸ ਵਾਰ ਨੂੰ ਇਸੇ ਧੁਨ ਵਿੱਚ ਗਾਉਣ ਦਾ ਹੁਕਮ ਕੀਤਾ ਜੋ ਢਾਡੀਆਂ ਨੇ ਰਾਏ ਕਮਾਲਦੀ ਅਤੇ ਮੌਜਦੀ ਦੀ ਜੰਗ ਦੀ ਧੁਨੀ ਗਾਈ ਹੈ। ਉਹ ਆਪ ਜੀ ਨਾਲ ਸਾਂਝੀ ਕਰਦੇ ਹਾਂ। ਮਹਾਨ ਕੋਸ਼ ਵਿੱਚ ਜੋ ਲਿਖੀ ਹੈ, ਰਾਣਾ ਰਾਏ ਕਮਾਲ ਦੀ ਰਣ ਭਾਰਾ ਬਾਹੀ, ਮੌਜੂਦੀ ਤਲਵੰਡੀਓਂ ਚੜਿਆ ਸਾ ਬਾਹੀ, ਢਾਲੀ ਅੰਬਰ ਛਾਇਆ ਫੁੱਲੇ ਅਕ ਕਾਹੀ, ਜੁੱਟੇ ਆਮੋ ਸਾਹਮਣੇ ਨੇਜੇ ਝਲਕਾਹੀ, ਮੌਜੇ ਘਰ ਵਾਧਾਈਆਂ ਘਰ ਚਾਚੇ ਤਾਹੀ। ਜਿਨ੍ਹਾਂ ਵਾਰਾਂ ਦੀਆਂ ਧੁਨੀਆਂ ਗਾਉਣ ਲਈ ਪਸੰਦ ਕੀਤੀਆਂ ਹਨ ਉਹ ਗੁਰਮਤਿ ਅਨੁਸਾਰ ਅਨੁਕੂਲ ਹਨ ਜਾਂ ਨਹੀਂ, ਇਸ ਦਾ ਇੱਥੇ ਸਵਾਲ ਨਹੀਂ ਬਣਦਾ। ਕੇਵਲ ਗਾਉਣ ਦੀ ਤਰਜ ਲਈ ਗਈ ਹੈ। ਜਿਵੇਂ ਲੱਛੀ ਦੇ ਗੀਤ ਦੀ ਧਾਰਨਾ ਅਨੁਸਾਰ ਕਈ ਰਾਗੀ ਸ਼ਬਦ ਗਾਉਂਦੇ ਆ, ਇਸ ਪ੍ਰਕਾਰ ਲੱਛੀ ਧਰਮਾਤਮਾ ਸੀ ਜਾਂ ਨਹੀਂ, ਇੱਥੇ ਇਹ ਸਵਾਲ ਕਰਨਾ ਅਗਿਆਨ ਹੈ। ਸੋ ਆਓ ਗੁਰਬਾਣੀ ਮਹਾਰਾਜ ਆਰੰਭ ਕਰ ਰਹੇ ਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਪਰਮੇਸ਼ਰ। ਓਅੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਬੀਜ ਰੂਪ ਮੰਗਲ ਕਰਕੇ ਸਿੱਖਾਂ ਦੁਆਰਾ ਸਵਾਲ ਪੁੱਛਣ 'ਤੇ ਕਿ ਮਹਾਰਾਜ ਸੰਸਾਰ ਵਿੱਚ ਆਇਆ ਹੋਇਆ ਸਫਲਾ ਪ੍ਰਮਾਣਿਕ ਕੌਣ ਹੈ, ਤਾਂ ਗੁਰੂ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਸਲੋਕ ਮਹੱਲਾ ਪੰਜਵਾ। ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਣ। ਹੇ ਭਾਈ, ਸਭਨਾਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਰ ਦਾ ਨਾਮ ਜਿਹੜਾ ਜਨ ਪੁਰਸ਼ ਜਪਦਾ ਹੈ ਉਹ ਹੀ ਸੰਸਾਰ ਵਿੱਚ ਆਇਆ ਹੋਇਆ ਪਰਮਾਣਿਕ ਹੈ। ਤਿਸ ਜਨ ਕੈ ਬਲਹਾਰਣੈ ਜਿਨ ਭਜਿਆ ਪ੍ਰਭ ਨਿਰਬਾਣ। ਅਸੀਂ ਤਾਂ ਉਸ ਜਨ ਪੁਰਸ਼ ਦੇ ਉੱਤੋਂ ਬਲਹਾਰਣੈ ਕੁਰਬਾਨ ਜਾਂਦੇ ਹਾਂ ਜਿਸ ਨੇ ਨਿਰਵਾਣ ਬਾਣ ਆਦਤਾਂ ਤੋਂ ਨਿਰਰਹਿਤ, ਬਾਣ ਦੁੱਖਾਂ ਤੋਂ ਨਿਰਰਹਿਤ ਪ੍ਰਭੂ ਪਰਮੇਸ਼ਰ ਨੂੰ ਭਜਨਾ ਕੀਤਾ ਹੈ। ਜਨਮ ਮਰਨ ਦੁੱਖ ਕੱਟਿਆ ਹਰ ਭੇਟਿਆ ਪੁਰਖ ਸੁਜਾਨ। ਉਸ ਦਾ ਜਨਮ ਮਰਨ, ਜੰਮਣ ਮਰਨ, ਆਵਾ ਗਾਉਣ ਦਾ ਦੁੱਖ ਕਸ਼ਟ ਪਰਮੇਸ਼ਰ ਨੇ ਕੱਟ ਦਿੱਤਾ ਹੈ ਅਤੇ ਉਸ ਨੂੰ ਹੀ ਸੁਜਾਨ ਅੰਤਰਜਾਮੀ ਪੂਰਨ ਪੁਰਖ ਹਰੀ ਪਰਮੇਸ਼ਰ ਮਿਲ ਗਿਆ। ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ। ਜਿਹੜੇ ਸ਼ਾਂਤ ਆਤਮਾ ਮਹਾਂਪੁਰਖਾਂ ਦੀ ਸੰਗਤ ਕਰਦੇ ਹਨ ਉਹ ਸੰਸਾਰ ਸਾਗਰ ਸਮੁੰਦਰ ਤੋਂ ਤਰ ਗਏ ਹਨ ਅਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਜਨ ਪੁਰਸ਼ਾਂ ਦੇ ਅੰਦਰ ਹੀ ਸੱਚਾ ਤਾਣ ਬਲ ਹੈ। ਮਹੱਲਾ ਪੰਜਵਾ। ਭਲਕੇ ਉੱਠ ਪਰਾਹੁਣਾ ਮੇਰੇ ਘਰ ਆਵੋ। ਜਿਸ ਨੇ ਸੰਸਾਰ ਵਿੱਚ ਆਪਣੇ ਆਪ ਨੂੰ ਪ੍ਰਾਹੁਣੇਚਾਰੀ ਭਾਵ ਮੁਸਾਫਰ ਦੀ ਨਿਆਈ ਸਮਝਿਆ ਉਹ ਗੁਰਮੁਖ ਜਨ ਭਲਕੇ ਕਹੀਏ ਨਿਤ ਆਉਣ ਵਾਲੇ ਦਿਨ ਉੱਠ ਕਰਕੇ ਮੇਰੇ ਸਾਡੇ ਘਰ ਵਿੱਚ ਆਵੋ, ਆਉਣਾ ਕਰੋ। ਪਾਓ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ। ਅਸੀਂ ਉਸ ਦੇ ਪਾਓ ਚਰਨਾਂ ਕਮਲਾਂ ਨੂੰ ਪਖਾਲਾ ਧੋਣਾ ਕਰੀਏ, ਪੈਰਾਂ ਨੂੰ ਪਖਾਲਾ ਪੇਖਣਾ ਕਰੀਏ, ਪੱਖ ਲੈਣਾ ਕਰੀਏ। ਸਾਡੇ ਮਨ ਹਿਰਦੇ ਵਿੱਚ ਵੀ ਅਤੇ ਤਨ ਸਰੀਰ ਵਿੱਚ ਵੀ ਅਜਿਹਾ ਗੁਰਮੁਖ ਨਿਤਾ ਪ੍ਰਤੀ ਭਾਵੋ ਪਾਉਂਦਾ ਹੈ। ਨਾਮ ਸੁਣੇ ਨਾਮ ਸੰਗ ਰਹਿ ਨਾਮੇ ਲਿਵ ਲਾਵੋ। ਉਹ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਨੂੰ ਹੀ ਸਰਵਣ ਕਰਦਾ ਹੈ, ਭਾਵ ਨਿਧਿਆਸਨ ਕਰਦੇ ਹਨ
ਤੇ ਭਾਈ ਤੁਸੀਂ ਵੀ ਨਾਮ ਨੂੰ ਹੀ ਸੰਗ੍ਰਹਿ ਇਕੱਤਰ ਕਰਦਾ ਹੈ। ਭਾਵ ਨਾਮ ਵਿੱਚ ਹੀ ਚਿੱਤ ਦੀ ਬਿਰਤੀ ਨੂੰ ਲਾਵੋ ਲਾਉਣਾ ਕਰਦਾ ਹੈ। ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੇ ਗੁਣ ਗਾਵੋ। ਇਉਂ ਗੁਰਮੁਖ ਜਨਾਂ ਦੇ ਆਉਣ ਕਰਕੇ ਸਾਡਾ ਗ੍ਰਹਿ ਘਰ ਵੀ ਆਦ ਧਨ ਰੋਕੜੀ ਦੌਲਤ ਵੀ ਸਾਰਾ ਕੁਝ ਹੀ ਪਵਿੱਤਰ ਸ਼ੁੱਧ ਪਾਵਨ ਹੋ ਜਾਵੇਗਾ ਤੇ ਅਸੀਂ ਵੀ ਹਰੀ ਪਰਮੇਸ਼ਰ ਦੇ ਗੁਣ ਸਿਫਤਾਂ ਤਾਈਂ ਗਾਵੋ ਗਾਉਣਾ ਕਰਾਂਗੇ। ਹਰ ਨਾਮ ਵਾਪਾਰੀ ਨਾਨਕਾ ਵਡ ਭਾਗੀ ਪਾਵੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਿਆਰਿਓ, ਜੋ ਹਰੀ ਪਰਮੇਸ਼ਰ ਦੇ ਨਾਮ ਦੇ ਵਾਪਾਰੀ ਵਪਾਰ ਕਰਨ ਵਾਲਾ ਗੁਰਮੁਖ ਜਨ ਹੈ, ਉਸ ਦਾ ਦਰਸ਼ਨ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਕਰੀਦਾ ਹੈ। ਪੌੜੀ ਜੋ ਤੁਧ ਭਾਵੈ ਸੋ ਭਲਾ, ਸੱਚ ਤੇਰਾ ਭਾਣਾ। ਹੇ ਪਰਮੇਸ਼ਰ, ਜਿਹੜਾ ਕੁਝ ਤੈਨੂੰ ਪਾਉਂਦਾ ਹੈ ਉਹ ਹੀ ਭਲਾ ਚੰਗਾ ਹੈ। ਤੇਰਾ ਭਾਣਾ ਹੁਕਮ ਵੀ ਸੱਚਾ ਹੈ। ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਤੇਰਾ ਭਾਣਾ ਮੰਨਿਆ ਉਹ ਤੈਨੂੰ ਪਾਉਂਦੇ ਹਨ ਅਤੇ ਭਲੇ ਹਨ। ਤੂੰ ਸਭ ਮਹਿ ਏਕ ਵਰਤਦਾ, ਸਭ ਮਾਹੇ ਸਮਾਣਾ। ਹੇ ਵਾਹਿਗੁਰੂ, ਤੂੰ ਸਾਰਿਆਂ ਦੇ ਵਿੱਚ ਅਦਵੈਤ ਰੂਪ ਹੋ ਕੇ ਵਰਤ ਰਿਹਾ ਹੈ ਅਤੇ ਸਾਰਿਆਂ ਦੇ ਵਿੱਚ ਮਾਹੇ ਸਮਾਣਾ ਸਮਾ ਰਿਹਾ, ਅਭੇਦ ਹੋਇਆ ਹੈ। ਥਾਨ ਥਨੰਤਰ ਰਵ ਰਹਿਆ, ਜੀ ਅੰਦਰ ਜਾਣਾ। ਅਸਥਾਨ ਅਤੇ ਥਨੰਤਰ ਅਸਥਾਨਾਂ ਦੇ ਅੰਦਰ ਦੇਹਾਂ ਵਿੱਚ, ਥਨੰਤਰ ਜੀਵਾਂ ਵਿੱਚ ਰਵ ਰਿਹਾ, ਵਿਆਪਕ ਹੋ ਰਿਹਾ। ਸਾਰਿਆਂ ਦੇ ਜੀ ਹਿਰਦੇ ਵਿੱਚ ਜਾਣਿਆ ਜਾਂਦਾ ਹੈ, ਜੀਆਂ ਦੇ ਅੰਦਰਲੀ ਗੱਲ ਜਾਣਨ ਵਾਲਾ ਹੈ। ਸਾਧ ਸੰਗ ਮਿਲ ਪਾਈਐ, ਮਨ ਸੱਚੇ ਭਾਣਾ। ਹੇ ਵਾਹਿਗੁਰੂ, ਸਾਧ ਸੰਗਤ ਵਿੱਚ ਮਿਲ ਕਰਕੇ ਹੀ ਤੈਨੂੰ ਪ੍ਰਾਪਤ ਕੀਤਾ ਜਾਂਦਾ। ਤੇਰਾ ਸੱਚਾ ਭਾਣਾ ਹੁਕਮ ਮੰਨ ਕਰਕੇ, ਤੇਰਾ ਭਾਣਾ ਮੰਨਣ ਵਾਲੇ ਮਨ ਸ਼੍ਰੋਮਣੀ ਹਨ। ਜਿਨ੍ਹਾਂ ਨੇ ਮੰਨਣ ਕੀਤਾ ਹੈ, ਫਿਰ ਸੱਚੇ ਦਾ ਨਿਧਿਆਸਨ ਕੀਤਾ ਹੈ, ਉਹ ਸੱਚੇ ਨੂੰ ਪਾ ਗਏ ਆ। ਨਾਨਕ ਪ੍ਰਭ ਸਰਣਾਗਤੀ, ਸਦ ਸਦ ਕੁਰਬਾਨਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪ੍ਰਭ ਪਰਮੇਸ਼ਰ, ਅਸੀਂ ਤੇਰੀ ਸ਼ਰਣਾਗਤੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਅਸੀਂ ਤੇਰੇ ਉੱਪਰੋਂ ਹਮੇਸ਼ਾ ਹਮੇਸ਼ਾ ਸੈਂਕੜੇ ਵਾਰੀ ਕੁਰਬਾਨ ਜਾਂਦੇ ਹਾਂ। ਸਲੋਕ ਮਹੱਲਾ ਪੰਜਵਾ। ਚੇਤਾਈ ਤਾਂ ਚੇਤ, ਸਾਹਿਬ ਸੱਚਾ ਸੋ ਧਣੀ। ਹੇ ਜੀਵ, ਜੋ ਤੂੰ ਮਾਤਾ ਦੇ ਗਰਭ ਵਿੱਚ ਇਕਰਾਰ ਕਰਕੇ ਆਇਆ ਸੀ ਕਿ ਸਵਾਸ ਸਵਾਸ ਨਾਮ ਜਪਾਂਗਾ, ਉਹ ਤੈਨੂੰ ਚੇਤਾ ਆਈ, ਯਾਦ ਹੈ ਤਾਂ ਫਿਰ ਉਸ ਨੂੰ ਚੇਤੇ ਕਰਨਾ ਕਰ। ਉਹ ਪਰਮੇਸ਼ਰ ਕੁਦਰਤ ਦੁਆਰਾ ਜਗਤ ਨੂੰ ਰਚਣ ਵਾਲਾ ਸਾਹਿਬ ਮਾਲਕ ਹੈ, ਤ੍ਰੈਕਾਲ ਆਬਾਦ ਰੂਪ ਹੈ, ਸਾਰਿਆਂ ਦਾ ਧਣੀ ਸੁਆਮੀ ਹੈ। ਨਾਨਕ ਸਤਿਗੁਰ ਸੇਵ, ਚੜ ਬੋਹਿਤ ਭੌਜਲ ਪਾਰ ਪਉ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਗੁਰੂ ਸਾਹਿਬ ਜੀ ਦਾ ਸੇਵਨ ਕਰ, ਸਿਮਰਨ ਕਰ। ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਕੇ ਨਾਮ ਰੂਪੀ ਬੋਹਿਤ ਜਹਾਜ਼ 'ਤੇ ਚੜ੍ਹ ਕਰਕੇ ਭੌਜਲ ਸੰਸਾਰ ਸਮੁੰਦਰ ਤੋਂ ਪਾਰ ਪੈਣਾ ਕਰ, ਮੁਕਤੀ ਰੂਪੀ ਕਿਨਾਰੇ 'ਤੇ ਪਹੁੰਚਣਾ ਕਰ। ਮਹੱਲਾ ਪੰਜਵਾ। ਵਾਊ ਸੰਦੇ ਕੱਪੜੇ ਪਹਿ ਪਰ, ਵਾਊ ਸੰਦੇ ਕੱਪੜੇ ਪਹਿ ਰਹਿ ਗਰਭ ਗਵਾਰ। ਵਾਊ ਹੁੰਦਾ ਹਵਾ ਦੇ ਵਰਗੇ ਬਰੀਕ, ਸੰਦੇ ਕੱਪੜੇ ਬਸਤਰ ਪਹਿਨਣ ਕਰਕੇ ਗਵਾਰ ਮੂਰਖ ਪੁਰਸ਼ ਗਰਭ ਹੰਕਾਰ ਕਰਦੇ ਹਨ। ਨਾਨਕ ਨਾਲ ਨ ਚੱਲਣੀ, ਜਲ ਬਲ ਹੋਏ ਸ਼ਾਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਹਵਾ ਵਰਗੇ ਕੱਪੜੇ, ਸਵਾਸਾਂ ਰੂਪੀ ਕੱਪੜੇ, ਸਰੀਰਾਂ ਰੂਪੀ ਕੱਪੜੇ, ਦਸਮ ਦੁਆਰ 'ਚ ਪ੍ਰਾਣ ਚੜਾਉਣ ਰੂਪੀ ਕੱਪੜੇ ਜੋ ਪਹਿਰੇ ਹੋਏ ਆ, ਇਹ ਅੱਗੇ ਪ੍ਰਲੋਕ ਵਿੱਚ ਨਾਲ ਨਹੀਂ ਚੱਲਣੇ। ਇਹ ਸਾਰੇ ਇੱਥੇ ਹੀ ਜਲ ਬਲ ਸੜ ਕੇ ਸੁਆਹ ਹੋ ਜਾਣੇ, ਮਿੱਟੀ ਹੋ ਜਾਣਗੇ। ਪੌੜੀ। ਸੇਈ ਉਬਰੇ ਜੱਗੈ ਵਿੱਚ, ਜੋ ਸੱਚੈ ਰੱਖੇ। ਹੇ ਭਾਈ, ਉਹੀ ਪੁਰਸ਼ ਜੱਗੈ ਗਏ ਸੰਸਾਰ ਦੇ ਵਿੱਚੋਂ ਉਬਰੇ ਬਚੇ ਹਨ, ਜਿਹੜੇ ਸੱਚੇ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਏ ਹਨ। ਮੋਹਿ ਡਿਠੈ ਤਿਨ ਕੈ ਜੀਵੀਐ, ਹਰ ਅੰਮ੍ਰਿਤ ਚਖੇ।
ਉਹਨਾਂ ਪਿਆਰਿਆਂ ਦੇ ਮੁਖ ਦੇਖ ਕੇ ਦਰਸ਼ਨ ਕਰਕੇ ਜਿਉਂਦੇ ਹੋਈਦਾ ਹੈ, ਜਿਹੜੇ ਗੁਰਮੁਖ ਆਪਣੀ ਰਸਨਾ ਕਰਕੇ ਹਰੀ ਦੇ ਨਾਮ ਅੰਮ੍ਰਿਤ ਨੂੰ ਚੱਖਦੇ ਹਨ, ਧਾਰਨ ਕਰਦੇ ਹਨ, ਜਪਦੇ ਹਨ। ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾਂ ਭਖੇ। ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ, ਲੋਭ ਲਾਲਚ ਤੇ ਮੋਹ ਸਨੇਹ ਆਦਿ ਨੂੰ ਸਾਧਾਂ ਸਾਧੂਆਂ ਮਹਾਤਮਾ ਦੀ ਸੰਗਤ ਕਰਕੇ ਭਖੇ ਕਹੀਏ ਭਖਣਾ ਕਰੋ, ਨਾਸ ਕਰਨਾ ਕਰੋ। ਕਰ ਕਿਰਪਾ ਪ੍ਰਭ ਆਪਣੀ, ਹਰ ਆਪ ਪਰਖੇ। ਹੇ ਪ੍ਰਭੂ, ਤੁਸੀਂ ਆਪ ਦੀ ਕਿਰਪਾ ਦਇਆ ਦ੍ਰਿਸ਼ਟੀ ਕਰਨੀ ਕਰੋ। ਹੇ ਹਰੀ, ਜਿਨ੍ਹਾਂ ਨੂੰ ਤੂੰ ਆਪ ਪਰਖ ਲਿਆ ਹੈ ਉਹ ਪੂਰਨ ਉਤਰੇ ਹਨ। ਨਾਨਕ ਚਲਤ ਨ ਜਾਪਨੀ, ਕੋ ਸਕੈ ਨ ਲਖੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪ੍ਰਭੂ, ਤੇਰੇ ਚਲਿੱਤਰ ਕੌਤਕ ਚਲਤ ਕੌਤਕਾਂ ਨੂੰ ਜਾਪਨੀ ਜਾਣੇ ਨਹੀਂ ਜਾਂਦੇ। ਕੋਈ ਪਿੱਛੇ ਵੀ ਨਹੀਂ ਸੀ ਲਖੇ ਜਾਣ ਸਕਿਆ, ਹੁਣ ਵੀ ਕੋਈ ਨਹੀਂ ਲੱਖ ਸਕਦਾ, ਅੱਗੇ ਨੂੰ ਵੀ ਕੋਈ ਨਹੀਂ ਲੱਖ ਸਕੇਗਾ, ਭਾਵ ਜਾਣ ਨਹੀਂ ਸਕੇਗਾ। ਸੋ ਅਗਲਾ ਜੋ ਤੀਜੀ ਵਾਰ ਹੈ, ਤੀਜਾ ਸ਼ਬਦ ਪ੍ਰਾਰੰਭ ਹੋ ਰਿਹਾ। ਇਹ ਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਕੋਲ ਪ੍ਰਸ਼ਨ ਕੀਤਾ ਕਿ ਮਹਾਰਾਜ, ਕੋਈ ਕਹਿੰਦਾ ਹੈ ਕਿ ਸੋਮਵਾਰ ਚੰਗਾ ਹੁੰਦਾ, ਕੋਈ ਕਹਿੰਦਾ ਬੁੱਧਵਾਰ ਚੰਗਾ ਹੁੰਦਾ, ਅਤੇ ਕੋਈ ਕਿਸੇ ਰੁੱਤ ਨੂੰ ਚੰਗੀ ਮੰਨਦਾ ਹੈ, ਕੋਈ ਕਿਸੇ ਰੁੱਤ ਨੂੰ। ਆਪ ਜੀ ਹੀ ਕਿਰਪਾ ਕਰਕੇ ਦੱਸੋ ਕਿਹੜਾ ਦਿਨ ਚੰਗਾ ਹੈ ਤੇ ਕਿਹੜੀ ਰੁੱਤ ਚੰਗੀ ਆ। ਤਾਂ ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਸਲੋਕ ਮਹੱਲਾ ਪੰਜਵਾ। ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿਤ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਉਹ ਦਿਨ ਸ਼ੋਭਨੀਕ ਹੈ ਜਿਸ ਵਿੱਚ ਮੇਰਾ ਪ੍ਰਭੂ ਵਾਹਿਗੁਰੂ ਚੇਤੇ ਆ ਜਾਵੇ। ਦਿਨ ਦੀ ਨਿਆਈ ਗਿਆਨਵਾਨ ਵੀ ਉਹ ਪੁਰਸ਼ ਸ਼ੋਭਨੀਕ ਕਹਾਉਂਦਾ ਜਿਸ ਦੇ ਹਿਰਦੇ ਵਿੱਚ ਸਦਾ ਵਾਹਿਗੁਰੂ ਚੇਤੇ ਰਹਿੰਦਾ। ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਟ ਭਲੇਰੀ ਰੁੱਤ। ਜਿਸ ਦਿਨ ਵਿੱਚ ਪਾਰ ਬ੍ਰਹਮ ਪਰਮੇਸ਼ਰ ਭੁੱਲ ਜਾਂਦਾ, ਵਿਸਰ ਜਾਂਦਾ, ਉਹ ਭਲੇਰੀ ਚੰਗੀ ਰੁੱਤ ਵੀ ਫਿਟ ਕਾਰਯੋਗ ਹੈ। ਐਸੀ ਰੁੱਤ ਦੇ ਵੀ ਫਿੱਟੇ ਮੂੰਹ ਹੈ ਜਿਸ ਦਿਨ ਦੀ ਨਿਆਈ ਗਿਆਨਵਾਨ ਨੂੰ ਪਰਮੇਸ਼ਰ ਭੁੱਲ ਜਾਂਦਾ। ਉਸ ਦੀ ਅਵਸਥਾ ਰੂਪੀ ਰੁੱਤ ਤਾਈਂ ਫਿੱਟੇ ਮੂੰਹ ਹੈ, ਚਾਹੇ ਉਹ ਬਾਲਕ ਅਵਸਥਾ ਰੂਪੀ ਰੁੱਤ ਹੈ, ਚਾਹੇ ਜਵਾਨੀ ਅਵਸਥਾ ਰੂਪੀ ਰੁੱਤ ਹੈ, ਚਾਹੇ ਬਿਰਧ ਅਵਸਥਾ ਰੂਪੀ ਰੁੱਤ ਹੈ। ਜਿਸ ਦਿਨ ਵਾਹਿਗੁਰੂ ਭੁੱਲ ਗਿਆ ਉਹ ਫਿਟਕਾਰਨੇ ਯੋਗ ਹੈ, ਚਾਹੇ ਉਸ ਦੀ ਜਾਗਰਤ ਅਵਸਥਾ ਹੈ, ਚਾਹੇ ਸੁਪਨ ਅਵਸਥਾ ਹੈ, ਚਾਹੇ ਸੁਖੋਪਤੀ ਅਵਸਥਾ, ਚਾਹੇ ਤੁਰਿਆ ਰੂਪੀ ਰੁੱਤ ਦਾ ਮਾਣ ਕਰੇ, ਉਹ ਫਿਟਕਾਰਨੇ ਯੋਗ ਹੈ। ਚਾਹੇ ਉਹ ਸਤਯੁਗ ਦੀ ਰੁੱਤ ਹੈ, ਚਾਹੇ ਤ੍ਰੇਤੇ ਦੀ ਰੁੱਤ ਹੈ, ਚਾਹੇ ਦੁਆਪਰ ਦੀ ਰੁੱਤ ਹੈ, ਚਾਹੇ ਕਲਯੁਗ ਦੀ ਰੁੱਤ ਹੈ। ਜੇਕਰ ਪਰਮੇਸ਼ਰ ਭੁੱਲ ਗਿਆ ਤਾਂ ਉਹ ਫਿਟਕਾਰਨੇ ਯੋਗ ਹੈ। ਮਹੱਲਾ ਪੰਜਵਾ। ਨਾਨਕ ਮਿਤਰਾਈ ਤਿਸ ਸਿਓ, ਸਭ ਕਿਛ ਜਿਸ ਕੈ ਹਾਥ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪ੍ਰਭੂ ਦੇ ਨਾਲ ਮਿੱਤਰਤਾ ਕਰਨੀ ਚਾਹੀਦੀ ਹੈ ਜਿਸ ਵਾਹਿਗੁਰੂ ਦੇ ਹੱਥ ਵਿੱਚ ਸਾਰਾ ਕੁਝ ਹੀ ਹੈ। ਕੁਮਿੱਤਰਾ ਸੇਈ ਕਾਂਢੀਐ ਹੈ, ਇੱਕ ਵੇਖ ਨ ਚੱਲੈ ਸਾਥ। ਕੁਮਿੱਤਰਾ ਕਹੀਏ ਖੋਟੇ ਮਿੱਤਰ, ਉਹਨਾਂ ਨੂੰ ਕਿਹਾ ਜਾਂਦਾ ਹੈ। ਕਾਂਢੀਐ ਭਾਵ ਕਿਹਾ ਜਾਂਦਾ ਜਿਸ ਵੇਲੇ ਕੋਈ ਬਿਪਤਾ ਆਣ ਬਣੇ ਉਦੋਂ ਇੱਕ ਵੇਖ ਕਦਮ ਵੀ ਨਾਲ ਨਹੀਂ ਚੱਲਦੇ। ਇਸੇ ਪ੍ਰਕਾਰ ਇਹ ਸਰੀਰ ਖੋਟੇ ਮਿੱਤਰ ਦੀ ਨਿਆਈ ਕਹੀਦਾ। ਜਿਸ ਵੇਲੇ ਜੀਵ ਆਤਮਾ ਪਰਲੋਕ ਨੂੰ ਗਮਨ ਕਰੇਗਾ ਤਾਂ ਉਦੋਂ ਇਹ ਸਰੀਰ ਜਿਸ ਨੂੰ ਸਾਰੀ ਜ਼ਿੰਦਗੀ ਪਾਲਦਾ ਪੋਸ਼ਦਾ ਲਿੰਬਦਾ ਪੋਚਦਾ ਖਵਾਉਂਦਾ ਪਿਲਾਉਂਦਾ ਰਿਹਾ, ਉਹ ਇੱਕ ਵੇਖ ਕਦਮ ਵੀ ਨਾਲ ਵਿਦਾ ਕਰਨ ਲਈ ਨਹੀਂ ਚੱਲੇਗਾ। ਪੌੜੀ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਹੇ ਭਰਾਵੋ, ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਦੇਵੀ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਇਸ ਨਾਮ ਅੰਮ੍ਰਿਤ ਨੂੰ ਸਾਧ ਸੰਗਤ ਵਿੱਚ ਮਿਲ ਕਰਕੇ ਪੀਣਾ ਕਰੋ। ਜਿਸ ਸਿਮਰਤ ਸੁਖ ਪਾਈ ਹੈ, ਸਭ ਤਿਖਾ ਬੁਝਾਈ। ਜਿਸ ਨਾਮ ਦੇ ਸਿਮਰਨ ਕਰਕੇ ਆਤਮਿਕ ਆਨੰਦ ਪਾਈਦਾ ਹੈ ਅਤੇ ਨਾਮ ਰੂਪੀ ਜਲ ਨਾਲ ਸਾਰੀਆਂ ਜਨਮਾਂ ਜਨਮਾਤਰਾਂ ਦੀਆਂ ਆਸਾ ਤ੍ਰਿਸ਼ਨਾ ਰੂਪੀ ਤਰੇਹਾਂ ਬੁਝਾ ਲਈਦੀਆਂ ਹਨ। ਕਰ ਸੇਵਾ ਪਾਰ ਬ੍ਰਹਮ ਗੁਰ, ਭੁਖ ਰਹਿ ਨ ਕਾਈ।
हे ਭਾਈ ਪਾਰ ਬ੍ਰਹਮ ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਕੇ ਬ੍ਰਹਮ ਲੋਕ ਦੇ ਪਦਾਰਥਾਂ ਤੱਕ ਦੇ ਸੁੱਖਾਂ ਦੀ ਕਾਈ ਕੋਈ ਵੀ ਭੁੱਖ ਸ਼ੁਦਾ ਨਹੀਂ ਰਹਿੰਦੀ। ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ਸਾਰੇ ਮਨੋਰਥ ਮਨ ਦੇ ਰਥ ਸੰਕਲਪ ਪੁੰਨਿਆ ਪੂਰੇ ਹੋ ਜਾਣਗੇ। ਅਮਰਾ ਪਦ ਮਰਨ ਤੋਂ ਰਹਿਤ ਪਦਵੀ ਪਾ ਲਈ ਜਾਵੇਗੀ। ਤੁਧ ਜੇਵਡ ਤੂ ਹੈ ਪਾਰ ਬ੍ਰਹਮ ਨਾਨਕ ਸਰਣਾਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਾਰ ਬ੍ਰਹਮ ਪਰਮੇਸ਼ਰ, ਤੇਰੇ ਜਿੱਡਾ ਵੱਡਾ ਤੂੰ ਹੀ ਹੈ। ਭਾਵ ਤੂੰ ਹੀ ਆਪ ਹੀ ਹੋ। ਅਸੀਂ ਆਪ ਜੀ ਦੀ ਸਰਣਾਈ ਸ਼ਰਨ ਵਿੱਚ ਆਏ ਹਾਂ। ਸਲੋਕ ਮਹੱਲਾ ਪੰਜਵਾ। ਡਿਠੜੋ ਹਬ ਠਾਏ ਊਣ ਨ ਕਾਈ ਜਾਏ। ਹੇ ਭਾਈ, ਅਸੀਂ ਹੱਬ ਸਭ ਠਾਏ ਜਗ੍ਹਾ ਲੋਕ ਪਰਲੋਕ 14 ਲੋਕਾਂ ਦੀਆਂ ਜਗ੍ਹਾ ਵਿੱਚ ਡਿਠੜੋ ਦੇਖਿਆ ਹੈ। ਕੋਈ ਵੀ ਜਾਏ ਜਗ੍ਹਾ ਵੀ ਊਣ ਤਾਈ ਵਾਲੀ ਨਹੀਂ। ਭਾਵ ਸਾਰਿਆਂ ਥਾਵਾਂ ਵਿੱਚ ਪਰਮੇਸ਼ਰ ਵਿਆਪਕ ਹੈ। ਨਾਨਕ ਲੱਦਾ ਤਿਨ ਸੁਆਓ ਜਿਨ੍ਹਾਂ ਸਤਿਗੁਰ ਭੇਟਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਨੇ ਹੀ ਅਸਲੀ ਲਾਭ ਪਰਮ ਪ੍ਰਯੋਜਨ ਲੱਦਾ ਲੱਭਿਆ ਹੈ, ਜਿਨ੍ਹਾਂ ਨੂੰ ਸਤਿਗੁਰੂ ਸੱਚਾ ਗੁਰੂ ਮਿਲਿਆ ਹੈ। ਮਹੱਲਾ ਪੰਜਵਾ। ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ। ਜਿਵੇਂ ਆਕਾਸ਼ ਵਿੱਚ ਦਾਮਨੀ ਹੁੰਦੀ ਬਿਜਲੀ ਦਾ ਚਮਕਾਰਾ ਥੋੜ੍ਹਾ ਚਿਰ ਹੀ ਪੈਂਦਾ, ਤਿਵੇਂ ਹੀ ਜਗ ਸੰਸਾਰ ਖੇ ਦਾ ਭਾਵ ਵਰਤਾਰਾ ਵੀ ਥੋੜ੍ਹਾ ਚਿਰ ਹੀ ਆ। ਚੇਤਨ ਦੇ ਆਸਰੇ ਮਾਇਆ ਰੂਪੀ ਬਿਜਲੀ ਝੂਠੇ ਪਦਾਰਥਾਂ ਦਾ ਲਿਸ਼ਕਾਰਾ ਦੇ ਕੇ ਚਲੀ ਜਾਂਦੀ, ਫਿਰ ਇਹ ਸਭ ਕੁਝ ਖਤਮ ਹੋ ਜਾਂਦਾ। ਵਥ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਿਸ ਉਸ ਧਣੀ ਮਾਲਕ ਵਾਹਿਗੁਰੂ ਦਾ ਨਾਮ ਜਪਦੇ ਹਨ। ਸਾਏ ਉਹਨਾਂ ਨੂੰ ਆਤਮਾਨੰਦ ਦੀ ਸਾਖਿਆਤਤਾ ਰੂਪੀ ਵਸਤੂ ਸੁਹਾਵੀ ਸ਼ੋਭਨੀਕ ਹੋਈ ਆ। ਉਹਨਾਂ ਦੀ ਜ਼ਿੰਦਗੀ ਰੂਪੀ ਦੇਹ ਰੂਪੀ ਵਸਤੂ ਸ਼ੋਭਨੀਕ ਹੈ। ਪੌੜੀ। ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨ ਜਾਣੀ। ਸਿਮਰਤ ਕਹੀਏ 27 ਸਿਮਰਤੀਆਂ, ਸ਼ਾਸਤਰ 6 ਸ਼ਾਸਤਰ ਆਦ ਸਭ ਸਾਰਿਆਂ ਤਾਈਂ ਸੋਧ ਖੋਜ ਕਰਕੇ ਵੇਖਿਆ, ਪਰੰਤੂ ਕਿਸੇ ਨੇ ਵੀ ਪਰਮਾਤਮਾ ਦਾ ਅੰਤ ਪਾਉਣ ਰੂਪੀ ਕੀਮਤ ਨਹੀਂ ਜਾਣਨਾ ਕੀਤੀ। ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ। ਜਿਹੜੇ ਜਨ ਪੁਰਸ਼ ਸਤ ਸੰਗਤ ਦੇ ਨਾਲ ਭੇਟੈ ਮਿਲ ਜਾਂਦੇ ਆ, ਉਹ ਗੁਰਾਂ ਦੁਆਰਾ ਹਰੀ ਪਰਮੇਸ਼ਰ ਦੇ ਰੰਗ ਆਨੰਦ ਨੂੰ ਮਾਣਦੇ ਹਨ। ਸਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ। ਕਰਤਾ ਕਰਨਹਾਰ ਪੁਰਖ ਪੂਰਨ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ, ਇਹ ਰਤਨਾ ਮਾਣਕਾਂ ਦੀ ਖਾਣੀ ਖਾਣ ਹੈ। ਮਸਤਕ ਹੋਵੈ ਲਿਖਿਆ ਹਰ ਸਿਮਰ ਪਰਾਣੀ। ਜਿਸ ਦੇ ਮੱਥੇ ਉੱਪਰ ਪੂਰਬਲਾ ਸ੍ਰੇਸ਼ਟ ਕਰਮ ਲਿਖਿਆ ਹੋਇਆ ਹੋਵੇ, ਉਹ ਪ੍ਰਾਣਾ ਧਾਰੀ ਜੀਵ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰਦਾ ਹੈ। ਤੋਸਾ ਦਿਚੈ ਸਚ ਨਾਮ ਨਾਨਕ ਮਹਿਮਾਣੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਅੱਗੇ ਇਸ ਪ੍ਰਕਾਰ ਬੇਨਤੀਆਂ ਕਰੋ ਕਿ ਹੇ ਪਰਮੇਸ਼ਰ, ਅਸੀਂ ਇਸ ਸੰਸਾਰ ਵਿੱਚ ਮਹਿਮਾਨੀ ਪ੍ਰਾਹੁਣੇ ਹਾਂ। ਸਾਨੂੰ ਆਪਣੇ ਸੱਚੇ ਨਾਮ ਦਾ ਤੋਸਾ ਖਰਚ ਦਿਚੈ ਦੇਣਾ ਕਰੋ। ਖੰਡ ਘਿਓ ਮੈਦਾ ਤਿੰਨਾਂ ਨੂੰ ਇੱਕੋ ਜਿਹਾ ਲੈ ਕੇ ਬਣਾਏ ਹੋਏ ਪ੍ਰਸ਼ਾਦੇ ਨੂੰ ਤੋਸਾ ਕਹਿੰਦੇ ਆ। ਇਸੇ ਪ੍ਰਕਾਰ ਜੋ ਭਗਤੀ ਰੂਪੀ ਖੰਡ, ਪ੍ਰੇਮ ਰੂਪੀ ਘਿਓ, ਗਿਆਨ ਰੂਪੀ ਮੈਦਾ ਲੈ ਕਰਕੇ ਤਿੰਨਾਂ ਨੂੰ ਮਿਲਾ ਕੇ ਜੋ ਸੱਚਾ ਨਾਮ ਰੂਪੀ ਤੋਸਾ ਬਣਿਆ ਹੈ, ਇਹੋ ਹੀ ਸੱਚੇ ਨਾਮ ਦਾ ਸਾਨੂੰ ਖਰਚ ਦਿਓ। ਅਸੀਂ ਪ੍ਰਾਹੁਣਾਚਾਰੀ ਦੀ ਨਿਆਈ ਦੁਨੀਆ ਵਿੱਚ ਆਏ ਹਾਂ, ਇਹ ਤੁਸੀਂ ਸਾਡੀ ਮਹਿਮਾਨੀ ਪ੍ਰਾਹੁਣੇਚਾਰੀ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।